ਬਹੁਤ ਹੀ ਇਮੋਸ਼ਨਲ ਤੇ ਮਤਲਬ ਦਿਲ ਨੂੰ ਛੂਹਣ ਵਾਲੀ ਫਿਲਮ ਆ। ਬਹੁਤ ਵਧੀਆ ਲੱਗੀ ਸਰ, ਉਹੀ ਗੱਲਾਂ ਕਰਦੇ ਆ ਰਹੇ ਆ। ਅੱਜ ਤੱਕ ਦੀ ਬੈਸਟ ਮੈਸੇਜ ਵਾਲੀ ਫਿਲਮ ਆ। ਬਹੁਤ ਕਮਾਲ ਸੀ ਬਈ, ਮੈਂ ਰੋ ਪਿਆ ਭਾਜੀ ਮੈਂ ਬੋਲ ਨਹੀਂ ਪਾ ਰਿਹਾ। ਤੁਸੀਂ ਦੇਖ ਲਿਆ ਐਂਡ? ਅਮੇਜ਼ਿੰਗ। ਮੈਂ ਵੀ ਸਾਇਲੈਂਟ ਹੋ ਗਿਆ। ਕੋਈ ਰੇਟ ਹੀ ਨਹੀਂ ਕਰ ਸਕਦੇ, 5 ਆਊਟ ਆਫ 5 ਤਾਂ ਕੁਝ ਵੀ ਨਹੀਂ ਆਏਗਾ। ਜਦ ਤੱਕ ਮੁੰਡਿਆਂ ਨੇ ਬਾਹਰ ਜਾਣੋਂ ਨਹੀਂ ਹਟਣਾ, ਆਪਣਾ ਕੰਮ ਨਹੀਂ ਬੰਦ ਹੁੰਦਾ। ਸਤਿ ਸ਼੍ਰੀ ਅਕਾਲ ਜੀ, ਹਮਦਰਦ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਮੈਂ ਸ਼ੇਖਰ ਰਾਏ। ਸੋ ਅੱਜ ਟੌਪ ਜਾਂ ਫਲॉप ਲੈ ਕੇ ਤੁਹਾਡੀ ਨਜ਼ਰ ਆ ਗਏ हैं। ਸੋ ਇਸ ਵਾਰ ਪੰਜਾਬੀ ਫਿਲਮ ਰਿਲੀਜ਼ ਹੋਈ ਹੈ, ਆਜਾ ਨੀ ਮੈਕਸੀਕੋ ਚਲੀਏ। ਐਮੀ ਵਿਰਕ ਸਟਾਰਰ ਇਹ ਫਿਲਮ ਹੈ। ਸੋ ਇਹ ਫਿਲਮ ਕਿੱਦਾਂ ਦੀ ਹੈ, ਤੁਹਾਨੂੰ ਦੇਖਣੀ ਚਾਹੀਦੀ ਹੈ, ਨਹੀਂ ਦੇਖਣੀ ਚਾਹੀਦੀ, ਇਸ ਦੇ ਵਿੱਚ ਕਾਮੇਡੀ ਹੈ ਜਾਂ ਫਿਰ ਇੱਕ ਸੀਰੀਅਸ ਡਰਾਮਾ ਹੈ, ਕੀ ਹੈ, ਇਹ ਸਾਰਾ ਕੁਝ ਦੱਸਾਂਗੇ। ਤਾਂ ਫਿਰ ਸ਼ੁਰੂ ਕਰਦੇ ਹਾਂ। ਮੈਨੂੰ ਇੱਕ ਵਾਰੀ ਅਮਰੀਕਾ ਪਹੁੰਚ ਲੈਣ ਦੇ, ਤੇਰੀ ਡਾਲਰ ਗਿਣਦੇ ਦੀ ਥੁੱਕ ਮੁੱਕ ਜਾਣੀ ਥੁੱਕ। ਚੱਲ ਮੇਰਾ ਪੁੱਤ 1 2 ਐਂਡ 3 ਇਸ ਵੈਂਚਰ ਤੋਂ ਬਾਅਦ ਹੌਸਲਾ ਰੱਖ, ਉਸ ਤੋਂ ਬਾਅਦ ਹੁਣ ਆਜਾ ਨੀ ਮੈਕਸੀਕੋ ਚੱਲੀਏ। ਰਾਕੇਸ਼ ਧਵਨ ਦੀ ਲਿਖੀ ਇਹ ਕਹਾਣੀਆਂ ਜਿਹੜੀਆਂ ਨੇ ਉਹ ਬਹੁਤ ਅਮੇਜ਼ਿੰਗ ਰਹੀਆਂ ਤੇ ਹੁਣ ਜਿਹੜੀ ਲੇਟੈਸਟ ਕਹਾਣੀ ਹੈ ਆਜਾ ਨੀ ਮੈਕਸੀਕੋ ਚੱਲੀਏ, ਉਮੀਦ ਹੈ ਤੁਹਾਨੂੰ ਇਹ ਬਹੁਤ ਪਸੰਦ ਆਏਗੀ ਜੋ ਤੁਸੀਂ ਇਹ ਦੇਖ ਕੇ ਆਓਗੇ। ਕਿਉਂਕਿ ਇਹ ਜਿਹੜੀ ਫਿਲਮ ਹੈ ਇਸ ਦੀ ਕਹਾਣੀ ਦੇ ਉੱਤੇ ਹੀ ਸਿੱਧੇ ਆਪਾਂ ਆ ਗਏ ਹਾਂ, ਕਿਉਂਕਿ ਇਸ ਦੇ ਵਿੱਚ ਤੁਹਾਨੂੰ ਐਮੀ ਵਿਰਕ ਲੀਡ ਦੇ ਉੱਤੇ ਮਿਲ ਰਹੇ ਨੇ। ਸੋ ਐਮੀ ਵਿਰਕ ਨੇ ਇਸ ਦੇ ਵਿੱਚ ਬਾਕਮਾਲ ਅਦਾਕਾਰੀ ਪੇਸ਼ ਕੀਤੀ ਹੈ, ਇਸ ਦੇ ਵਿੱਚ ਕੋਈ ਸ਼ੱਕ ਨਹੀਂ। ਉਸ ਦੇ ਟ੍ਰੇਲਰ ਦੇ ਵਿੱਚ, ਉਹਦੇ ਪੋਸਟਰ ਦੇ ਉੱਤੇ ਤੁਸੀਂ ਸਾਫ਼ ਦੇਖ ਸਕਦੇ ਹੋ ਐਮੀ ਵਿਰਕ ਦਾ ਲੁੱਕ ਤੇ ਜੋ ਫਿਲਮ ਦਾ ਮੂਡ ਹੈ ਉਹ ਸਾਫ਼ ਦਿਖਾਈ ਦੇ ਰਿਹਾ ਹੈ। ਬਟ ਹੁਣ ਜਦੋਂ ਮੈਂ ਕਹਾਣੀ ਦੀ ਗੱਲ ਕਰ ਰਿਹਾ, ਸੋ ਰਾਕੇਸ਼ ਧਵਨ ਜਿਹੜੇ ਕਿ ਆਪਣੀ ਕਲਮ ਦੇ ਲਈ ਪਛਾਣੇ ਜਾਣ ਵਾਲੇ ਇੱਕ ਆਰਟਿਸਟ ਬਣ ਚੁੱਕੇ ਨੇ। ਉਹਨਾਂ ਨੇ ਅਦਾਕਾਰੀ ਦੇ ਵਿੱਚ ਵੀ ਆਪਣੇ ਜਿਹੜੇ ਟੈਲੈਂਟ ਨੂੰ ਸ਼ੋਅ ਕੀਤਾ ਹੈ ਤੇ ਉਸ ਦੇ ਨਾਲ ਹੀ ਨਾਲ ਹੁਣ ਰਾਈਟਿੰਗ ਤੋਂ ਬਾਅਦ ਉਹ ਡਾਇਰੈਕਸ਼ਨ ਦੇ ਵਿੱਚ ਵੀ ਨੇ। ਸੋ ਆਜਾ ਨੀ ਮੈਕਸੀਕੋ ਚਲੀਏ ਰਾਕੇਸ਼ ਧਵਨ ਦੀ ਡਾਇਰੈਕਟੋਰੀਅਲ ਫਿਲਮ ਹੈ। ਇਸ ਫਿਲਮ ਦੀ ਕਹਾਣੀ ਵੀ ਉਹਨਾਂ ਨੇ ਖੁਦ ਲਿਖੀ ਹੈ ਔਰ ਬਹੁਤ ਹੀ ਅੱਛੀ ਕਹਾਣੀ ਹੈ, ਕਿਉਂਕਿ ਇਸ ਫਿਲਮ ਦੇ ਵਿੱਚ ਜਿਹੜਾ ਮੁੱਦਾ ਚੁੱਕਿਆ ਗਿਆ ਉਹ ਪੰਜਾਬ ਦੇ ਹਰ ਇੱਕ ਦੂਜੇ ਨੌਜਵਾਨ ਦੀ ਕਹਾਣੀ ਹੈ ਵੀ ਹੈ ਤੇ ਹੋ ਵੀ ਸਕਦੀ ਹੈ। ਉਹ ਕਿਵੇਂ, ਮੈਂ ਤੁਹਾਨੂੰ ਹੁਣੇ ਦੱਸ ਦਿੰਦਾ। ਕਿਉਂਕਿ ਪੰਜਾਬ ਦੇ ਵਿੱਚ ਹਰ ਇੱਕ ਇਨਸਾਨ ਦੇ ਦਿਲ ਦੇ ਵਿੱਚ ਹੈ ਕਿ ਉਹ ਕਿਸੇ ਨਾ ਕਿਸੇ ਦਿਨ ਉਸ ਨੂੰ ਮੌਕਾ ਮਿਲੇ ਤੇ ਉਹ ਬਾਹਰ ਚਲਾ ਜਾਵੇ। ਕਿਸੇ ਦੀ ਮਜਬੂਰੀ ਹੋ ਸਕਦੀ ਹੈ, ਕਿਸੇ ਦੇ ਲਈ ਇਹ ਡੈਸਪਰੇਸ਼ਨ ਹੋ ਸਕਦੀ ਹੈ, ਕਿਸੇ ਦਾ ਇਹ ਸੁਪਨਾ ਹੋ ਸਕਦਾ ਹੈ। ਸੋ ਬਹੁਤ ਅਲੱਗ-ਅਲੱਗ ਤਰ੍ਹਾਂ ਦੇ ਕਾਰਨ ਹੋ ਸਕਦੇ ਨੇ, ਪਰ ਤਕਰੀਬਨ ਪੰਜਾਬ ਦਾ ਹਰ ਦੂਸਰਾ ਨੌਜਵਾਨ ਚਾਹੁੰਦਾ ਹੈ ਕਿ ਉਹ ਬਾਹਰ ਜਾਵੇ ਤੇ ਡਾਲਰਾਂ ਦੇ ਵਿੱਚ ਆਪਣੀ ਜ਼ਿੰਦਗੀ ਦੀ ਕਮਾਈ ਕਰੇ। ਪਰ ਅਫਸੋਸ ਦੀ ਗੱਲ ਇਹ ਹੈ ਕਿ ਅਸੀਂ ਬਹੁਤ ਸਾਰੇ ਕਾਰਨਾਂ ਕਰਕੇ ਨਹੀਂ ਜਾ ਸਕਦੇ। ਉਸ ਦੇ ਵਿੱਚ ਕਿਤੇ ਨਾ ਕਿਤੇ ਜਿਹੜੀਆਂ ਇਹ ਕੰਟਰੀਜ਼ ਨੇ, ਚਾਹੇ USA ਹੈ, ਚਾਹੇ ਕੈਨੇਡਾ ਹੈ, ਚਾਹੇ UK ਹੈ, ਸੋ ਬਹੁਤ ਸਾਰੀ ਕੰਟਰੀਜ਼ ਇਹਨਾਂ ਦੀਆਂ ਜਿਹੜੀ ਇਮੀਗ੍ਰੇਸ਼ਨ ਪਾਲਿਸੀਜ਼ ਹੁੰਦੀਆਂ ਬਹੁਤ ਜ਼ਿਆਦਾ ਸਟ੍ਰਿਕਟ ਹੁੰਦੀਆਂ ਨੇ। ਇੱਥੇ ਜਾਣ ਦੇ ਲਈ ਜੋ ਦਾਅ ਪੇਚ ਹੁੰਦੇ ਨੇ ਉਹ ਇੱਕ ਆਮ ਇਨਸਾਨ ਦੇ ਸਮਝ ਆਉਣ ਵਾਲੇ ਨਹੀਂ ਹੁੰਦੇ। ਇਸ ਕਰਕੇ ਲੋਕ ਜਿਹੜੇ ਏਜੰਟਾਂ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਨੇ। ਕਈ ਲੋਕ ਗਰੀਬ ਹੁੰਦੇ ਨੇ, ਇਸ ਕਰਕੇ ਨਹੀਂ ਜਾ ਪਾਉਂਦੇ, ਪਰ ਕਿਸੇ ਤਰੀਕੇ ਦੇ ਨਾਲ ਕੁਝ ਲੋਕ ਪੈਸਾ ਅਰੇਂਜ ਕਰਦੇ ਨੇ ਤੇ ਜਾਣ ਦੀ ਕੋਸ਼ਿਸ਼ ਕਰਦੇ ਆ। ਪਰ ਉਸ ਤੋਂ ਬਾਅਦ ਵੀ ਇਹ ਔਂਕੜਾਂ ਖਤਮ ਨਹੀਂ ਹੁੰਦੀਆਂ। ਤੁਸੀਂ ਪੈਸਾ ਖਰਚ ਵੀ ਦਿੱਤਾ, ਉਸ ਤੋਂ ਬਾਅਦ ਵੀ ਖਤਮ ਨਹੀਂ ਹੁੰਦਾ, ਕਿਉਂਕਿ ਜਿੱਥੇ ਬਹੁਤ ਸਾਰੇ ਲੋਕਾਂ ਦੀ ਇੱਕ ਡਿਜ਼ਾਇਰ ਹੁੰਦੀ ਹੈ ਉੱਥੇ ਹੀ ਧੋਖੇਬਾਜ਼ੀਆਂ ਵੀ ਹੁੰਦੀਆਂ ਨੇ। ਸੋ ਬਹੁਤ ਸਾਰੇ ਏਜੰਟਸ ਜਿਹੜੇ ਕਿ ਅਸੀਂ ਬਹੁਤ ਅਖਬਾਰਾਂ ਦੇ ਵਿੱਚ, ਟੀਵੀ ਦੇ ਉੱਤੇ ਸੁਣਦੇ ਰਹੇ ਹਾਂ, ਪੜ੍ਹਦੇ ਰਹੇ ਹਾਂ ਕਿ ਬਹੁਤ ਸਾਰੇ ਏਜੰਟਸ ਜੋ ਹੈ ਲੋਕਾਂ ਤੋਂ ਪੈਸੇ ਲੈ ਲੈਂਦੇ ਨੇ ਤੇ ਉਹਨਾਂ ਨੂੰ ਸਹੀ ਟਿਕਾਣੇ ਦੇ ਉੱਤੇ ਪਹੁੰਚਾਉਂਦੇ ਵੀ ਨਹੀਂ ਹੈਗੇ, ਜਾਂ ਫਿਰ ਇਹ ਕਹਿ ਲਓ ਕਿ ਧੋਖੇਧੜੀਆਂ ਹੋ ਜਾਂਦੀਆਂ ਨੇ। ਸੋ ਉਹਨਾਂ ਦੀ ਸਾਰਿਆਂ ਦੀ ਕਹਾਣੀ ਇਸ ਇੱਕ ਫਿਲਮ ਦੇ ਵਿੱਚ ਪਾ ਦਿੱਤੀ ਗਈ ਹੈ। ਸੋ ਇਸ ਫਿਲਮ ਦੇ ਵਿੱਚ ਐਮੀ ਵਿਰਕ ਦੇ ਨਾਲ ਬਹੁਤ ਸਾਰਾ ਵੱਡਾ ਇੱਕ ਕਰੂ ਹੈ ਜਿਹੜਾ ਬਾਹਰ ਜਾਂਦਾ ਹੈ ਡੋਂਕੀ ਦੇ ਜ਼ਰੀਏ, ਜੋ ਇੱਕ 2 ਨੰਬਰ ਦਾ ਤਰੀਕਾ ਹੈ। ਸੋ ਫਿਲਮ ਦੀ ਕਹਾਣੀ ਨੂੰ ਕਿਉਂਕਿ ਹਰ ਇੱਕ ਪਹਿਲੂ ਨੂੰ ਦਿਖਾਉਣਾ ਸੀ, ਇਸ ਲਈ ਇਹ ਕੰਪਲਿਕੇਟਡ ਸਟੋਰੀ ਸੀ, ਪਰ ਰਾਕੇਸ਼ ਧਵਨ ਨੇ ਬਹੁਤ ਸੋਹਣੇ ਤਰੀਕੇ ਦੇ ਨਾਲ ਇਸ ਨੂੰ ਪੇਸ਼ ਕੀਤਾ ਹੈ। ਸੋ ਰਾਕੇਸ਼ ਧਵਨ ਦੇ ਲਈ ਹੈਟਸ ਆਫ, ਤੇ ਇੱਕ ਵਾਰ ਫੇਰ ਤੋਂ ਉਹਨਾਂ ਦੀ ਡਾਇਰੈਕਸ਼ਨ ਲਈ ਬਹੁਤ ਅਮੇਜ਼ਿੰਗ ਫਿਲਮ ਡਾਇਰੈਕਟ ਕੀਤੀ ਹੈ। ਅਮਰੀਕਾ ਦੀ ਫਾਈਲ ਨੂੰ ਲੱਗਦੇ ਆ 10 ਤੋਂ 12 ਸਾਲ। ਫਿਰ ਭਾਜੀ ਤੂੰ ਐ ਕਰ, ਛੋਟੀ ਕੰਟਰੀ ਦਾ ਵੀਜ਼ਾ ਵਾਲਾ। ਹੁਣ ਆ ਜਾਂਦੇ ਜੀ ਐਮੀ ਵਿਰਕ ਦੀ ਅਦਾਕਾਰੀ ਦੀ ਗੱਲ ਕਰਦੇ ਹਾਂ, ਕਿਉਂਕਿ ਐਮੀ ਵਿਰਕ ਇੱਕ ਅਜਿਹੇ ਅਦਾਕਾਰ ਰਹੇ ਨੇ ਜਿਨ੍ਹਾਂ ਨੇ ਬੜੇ ਹੀ ਡਿਫਰੈਂਟ ਕੈਰੈਕਟਰਸ ਨੂੰ ਖੁਦ ਹੀ ਆਪਣੇ ਲਈ ਐਕਸੈਪਟ ਕੀਤਾ। ਚਾਹੇ ਉਹ ਹਰਜੀਤਾ ਹੋਵੇ, ਚਾਹੇ ਉਹ ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਬਾਲੀਵੁੱਡ ਫਿਲਮ 83 ਹੋਵੇ, ਜਿਸ ਦੇ ਵਿੱਚ ਉਹਨਾਂ ਨੇ ਬਹੁਤ ਹੀ ਅੱਛਾ ਕਿਰਦਾਰ ਨਿਭਾਇਆ। ਸੋ ਇਹਨਾਂ ਕਿਰਦਾਰਾਂ ਦੀ ਅਗਰ ਹਰਜੀਤਾ ਦੀ ਜਿਵੇਂ ਕਿ ਗੱਲ ਕੀਤੀ ਜਾਵੇ, ਸੋ ਐਮੀ ਜੀ ਦੇ ਨਾਲ ਜਦੋਂ ਵੀ ਗੱਲ ਹੋਈ ਉਹਨਾਂ ਨੇ ਇਹ ਗੱਲ ਕਹੀ ਕਿ ਉਹਨਾਂ ਦੇ ਦਿਲ ਦੇ ਕਰੀਬ ਸੀ ਕਿ ਉਹ ਇਦਾਂ ਦੀ ਕੋਈ ਫਿਲਮ ਬਣਾਉਣ ਜਿਹੜੀ ਕਿ ਸਪੋਰਟਸ ਰਿਲੇਟਡ ਹੋਵੇ। ਸੋ ਉਹਨਾਂ ਨੇ ਹਰਜੀਤਾ ਫਿਲਮ ਬਣਾਈ, ਹਾਲਾਂਕਿ ਆਡੀਅנס ਦਾ ਰਿਸਪੌਂਸ ਚੰਗਾ ਨਹੀਂ ਮਿਲਿਆ, ਪਰ ਉਹਨਾਂ ਨੂੰ ਖੁਦ ਨੂੰ ਸੈਟਿਸਫੈਕਸ਼ਨ ਸੀ ਕਿ ਮੈਂ ਇੱਕ ਚੰਗੀ ਫਿਲਮ ਬਣਾਈ ਹੈ। ਸੋ ਕੰਟੈਂਟ ਦੀ ਸਮਝ ਐਮੀ ਵਿਰਕ ਦੇ ਵਿੱਚ ਬਹੁਤ ਅੱਛੀ ਹੈ। ਔਰ ਇਸ ਫਿਲਮ ਦੇ ਵਿੱਚ ਅਦਾਕਾਰੀ ਦੀ ਅਗਰ ਗੱਲ ਕਰੀਏ, ਸੋ ਐਮੀ ਵਿਰਕ ਨੇ ਆਪਣੇ ਪੰਮੇ ਦੇ ਕੈਰੈਕਟਰ ਨੂੰ ਬਾਖੂਬੀ ਨਿਭਾਇਆ। ਉਹ ਪਲ ਜਿਹੜੇ ਜਿਸ ਟਾਈਮ ਦੇ ਵਿੱਚ ਪੰਮੇ ਦੇ ਅੰਦਰ ਇੱਕ ਚਾਹਤ ਹੈ ਜਾਣ ਦੀ ਬਾਹਰ, ਸੋ ਉਹ ਕਿਸ ਤਰੀਕੇ ਦੇ ਨਾਲ ਸਕੀਮਾਂ ਘੜਦਾ ਹੈ, ਕਦੀ ਕੁਝ ਕਰਦਾ, ਇੱਕ ਕਾਮੇਡੀ ਵੀ ਨਿਕਲ ਕੇ ਆਉਂਦੀ ਹੈ। ਸੋ ਉਸ ਦੇ ਨਾਲ ਹੀ ਨਾਲ ਉਹ ਸੱਚਾਈ ਵੀ ਲੱਗਦੀ ਹੈ, ਕਿਉਂਕਿ ਕਿਤੇ ਨਾ ਕਿਤੇ ਤੁਸੀਂ ਵੀ ਆਪਣੇ ਘਰ ਦੇ ਵਿੱਚ ਇਸ ਤਰੀਕੇ ਨਾਲ ਸ਼ਰਾਰਤਾਂ ਕੀਤੀਆਂ ਹੋਣਗੀਆਂ। ਤੇ ਜਦੋਂ ਇਹ ਕੈਰੈਕਟਰ ਜਿਹੜਾ ਹੈਗਾ
ਉਸ ਰਸਤਿਆਂ ਦੇ ਵਿੱਚੋਂ ਗੁਜ਼ਰਦਾ ਜਿਹੜੇ ਕਿ ਬਹੁਤ ਮੁਸ਼ਕਲ ਨੇ। ਜਦੋਂ ਡੋਂਕੀ ਦੇ ਜ਼ਰੀਏ ਉਹ ਅਮਰੀਕਾ ਜਾਣ ਦੀ ਕੋਸ਼ਿਸ਼ ਦੇ ਵਿੱਚ ਹੁੰਦਾ, ਮੈਕਸੀਕੋ ਜਾਣ ਦੀ ਕੋਸ਼ਿਸ਼ ਦੇ ਵਿੱਚ ਹੁੰਦਾ, ਤਾਂ ਉਸ ਸਮੇਂ ਦੇ ਜਿਹੜੇ ਸੀਰੀਅਸ ਸੀਨਸ ਵੀ ਆਉਂਦੇ ਨੇ ਉਹਦੇ ਵਿੱਚ ਵੀ ਐਮੀ ਵਿਰਕ ਨੇ ਬਹੁਤ ਅੱਛਾ ਪਰਫਾਰਮ ਕੀਤਾ। ਸੋ ਮੇਰੇ ਖਿਆਲ ਨਾਲ ਮੈਂ ਹਰ ਵਾਰ ਇਹ ਸੋਚਦੇ ਹਾਂ ਅਸੀਂ ਕਿ ਜਦੋਂ ਵੀ ਐਮੀ ਵਿਰਕ ਦੀ ਫਿਲਮ ਆਉਂਦੀ ਹੈ ਅਸੀਂ ਕਹਿੰਦੇ ਹਾਂ ਕਿ ਇਹ ਐਕਟ ਜਿਹੜਾ ਐਮੀ ਵਿਰਕ ਦਾ ਸਭ ਤੋਂ ਬੈਸਟ ਐਕਟ ਹੈ। ਉਸੇ ਤਰੀਕੇ ਨਾਲ ਮੈਂ ਇਸ ਫਿਲਮ ਦੇ ਲਈ ਵੀ ਕਹਾਂਗਾ ਕਿ ਮੈਨੂੰ ਲੱਗਦਾ ਹੈ ਕਿ ਆ ਜਾਣੀ ਮੈਕਸੀਕੋ ਚੱਲੀਏ ਦੇ ਵਿੱਚ ਐਮੀ ਵਿਰਕ ਦਾ ਬੈਸਟ ਕੈਰੈਕਟਰ ਨਿਕਲ ਕੇ ਸਾਹਮਣੇ ਆਇਆ। ਭਾਜੀ 8 ਲੱਖ ਰੁਪਏ ਗੋਡੇ ਚਲਾਉਂਦੇ ਥੋੜਾ ਦਿੱਤੇ ਭਾਈ ਤੁਹਾਨੂੰ ਮੈਂ। ਫਿਲਮ ਦੇ ਮਿਊਜ਼ਿਕ ਦੀ ਅਗਰ ਮੈਂ ਗੱਲ ਕਰਾਂ, ਮਿਊਜ਼ਿਕ ਫਿਲਮ ਦੇ ਵਿੱਚ ਬੜਾ ਹੀ ਸਿਚੁਏਸ਼ਨਲ ਹੈ, ਕਿਉਂਕਿ ਤੁਸੀਂ ਇੱਥੇ ਕੋਈ ਆਈਟਮ ਸੌਂਗ ਦੀ ਐਕਸਪੈਕਟੇਸ਼ਨ ਨਹੀਂ ਰੱਖ ਸਕਦੇ, ਯਾਨੀ ਕਿ ਕੋਈ ਇੱਕ ਗੀਤ ਆਏਗਾ ਕਲੱਬ ਦੇ ਵਿੱਚ ਨੱਚ ਰਹੇ ਹੋ ਜਾਂ ਕੁਝ, ਬਟ ਜਿਹੜੇ ਗਾਣੇ ਹੈ ਉਹ ਸਿਚੁਏਸ਼ਨਲ ਨੇ ਔਰ ਬਹੁਤ ਵਧੀਆ ਫੀਲ ਕਰਵਾਉਂਦੇ ਨੇ। ਜਦੋਂ ਇਮੋਸ਼ਨਲ ਸੌਂਗਸ ਆਉਂਦੇ ਨੇ ਤਾਂ ਉਹ ਦਿਲ ਤੱਕ, ਰੂਹ ਤੱਕ ਉਤਰ ਜਾਂਦੇ ਨੇ। ਸੋ ਮਿਊਜ਼ਿਕ ਦੇ ਮਾਮਲੇ ਦੇ ਵਿੱਚ ਫਿਲਮ ਬਹੁਤ ਹੀ ਬੈਲੈਂਸਡ ਔਰ ਬਹੁਤ ਹੀ ਵਧੀਆ ਹੈ। ਸੋ ਫਿਲਮ ਦੇ ਵਿੱਚ ਜੋ ਮਿਊਜ਼ਿਕ ਹੈ ਉਸ ਨੂੰ ਬਹੁਤ ਜ਼ਿਆਦਾ ਉਹਦੀ ਕਹਾਣੀ ਨੂੰ ਸਪੋਰਟ ਕਰਦਾ। 2 ਦਿਨ ਹੋ ਗਏ ਐ, ਸਾਰਾ ਖਾਣਾ ਪੀਣਾ ਮੁੱਕ ਗਿਆ, ਐ ਬ੍ਰੈਡ ਬਚੀ ਹੈ। ਸੋ ਫਿਲਮ ਦੇ ਬਾਰੇ ਹੁਣ ਮੈਂ ਆਪਣੀ ਰਾਏ ਦੱਸਾਂ ਉਸ ਤੋਂ ਪਹਿਲਾਂ ਦੇਖਦੇ ਹਾਂ ਕਿ ਜਿਹੜੇ ਲੋਕੀ ਇਸ ਫਿਲਮ ਨੂੰ ਦੇਖ ਕੇ ਆਏ ਨੇ ਉਹਨਾਂ ਦਾ ਆਖਿਰਕਾਰ ਇਸ ਫਿਲਮ ਬਾਰੇ ਕੀ ਕਹਿਣਾ। ਕਿਵੇਂ ਦੀ ਲੱਗੀ? ਬਾਈ ਬਹੁਤ ਵਧੀਆ, ਬਹੁਤ ਹੀ ਇਮੋਸ਼ਨਲ ਤੇ ਮਤਲਬ ਦਿਲ ਨੂੰ ਛੂਹਣ ਵਾਲੀ ਫਿਲਮ ਆ। ਪਲੀਜ਼ ਦੇਖਿਓ ਜ਼ਰੂਰ ਸਾਰੇ ਜਣੇ। ਬਾਈ ਜੀ ਫਿਲਮ ਕਿੱਦਾਂ ਦੀ ਲੱਗੀ ਐਮੀ ਵਿਰਕ ਦੀ? ਬਹੁਤ ਵਧੀਆ ਵੀਰੇ, ਬਹੁਤ ਵਧੀਆ। ਵਧੀਆ ਸੀ ਬਾਈ। ਬੁੱਟਰ ਭਾਜੀ ਫਿਲਮ ਕਿਵੇਂ ਦੀ ਲੱਗੀ ਫਿਰ ਭਾਜੀ? ਬਹੁਤ ਵਧੀਆ ਲੱਗੀ ਸਰ, ਉਹੀ ਗੱਲਾਂ ਕਰਦੇ ਆ ਰਹੇ ਆ। ਅੱਜ ਤੱਕ ਦੀ ਬੈਸਟ ਮੈਸੇਜ ਵਾਲੀ ਫਿਲਮ ਆ। ਸੋ ਐਂਡ ਦਾ ਆਪਾਂ ਸੋਚਿਆ ਹੀ ਨਹੀਂ ਸੀ, ਮੈਨੂੰ ਵੀ ਨਹੀਂ ਸੀ ਪਤਾ ਕਿ ਐਂਡ ਹੋਣਾ ਹਨਾ। ਤੁਹਾਡੇ ਦਿਲ ਨੂੰ ਕਿਹੜੀ ਚੀਜ਼ ਸਭ ਤੋਂ ਬੈਸਟ ਜੋ ਖਿੱਚ ਕੇ ਲੈ ਗਈ? ਸਰ ਜਦੋਂ ਐਮੀ ਰੋਂਦਾ, ਰੋਣ ਆਉਂਦਾ ਹੀ ਹੈ ਯਾਰ ਆ ਸਾਡਾ ਹੀ, ਹਮੇਸ਼ਾ ਹੀ ਰੋਣ ਆਉਂਦਾ, ਹਮੇਸ਼ਾ ਹੀ। ਸਾਨੂੰ ਤਾਂ ਇਹ ਲੱਗਣ ਲੱਗ ਪੈਂਦਾ ਵੀ ਸੱਚੀ ਹੋਣਾ। ਥੈਂਕ ਯੂ। ਕਿਵੇਂ ਦੀ ਲੱਗੀ? ਬਹੁਤ ਵਧੀਆ ਵੀਰੇ। ਹੈਪੀ ਭਾਜੀ ਕਿਵੇਂ ਦੀ ਲੱਗੀ ਫਿਲਮ? ਵੀਰੇ ਬਸ ਲਾ ਸਕਦੇ ਹੋ, ਕੋਈ ਗੱਲ ਨਹੀਂ, ਮਾਸ ਸਾਡੇ ਦਰਸ਼ਕ ਵੀ ਥੋੜਾ ਦੇਖ ਲੈਣਗੇ। ਬਹੁਤ ਕਮਾਲ ਸੀ ਬਈ, ਮੈਂ ਰੋ ਪਿਆ। ਕੀ ਫੀਲ ਲੈ ਕੇ ਰੋ ਪਏ? ਹਾਂ ਬੜੀ ਕਮਾਲ ਹੈ, ਬਹੁਤ ਵਧੀਆ। ਥੈਂਕ ਯੂ ਸੋ ਮਚ। ਥੈਂਕ ਯੂ ਵੀਰੇ। ਕਿਵੇਂ ਦੀ ਲੱਗੀ ਬਾਈ ਜੀ ਫਿਲਮ? ਵਧੀਆ। ਕਿੰਨੇ ਨੰਬਰ ਦੋਗੇ? 5 10 to 10। ਹਾਊ ਵਾਸ ਦ ਮੂਵੀ? बहुत अच्छी थी। ਕਿੰਨਾ ਰੇਟ ਕਰ ਰਹੇ ਹੋ? 5। ਬਹੁਤ ਅੱਛੀ। ਰਕੇਸ਼ ਧਵਨ ਜੀ ਨੇ ਡਾਇਰੈਕਟ ਕੀਤੀ ਤੇ ਉਹਨਾਂ ਨੇ ਲਿਖੀ ਕਹਾਣੀ, ਕਿਵੇਂ ਦੀ ਲੱਗੀ ਤੁਹਾਨੂੰ? ਭਾਜੀ ਮੈਂ ਬੋਲ ਨਹੀਂ ਪਾ ਰਿਹਾ। ਤੁਸੀਂ ਦੇਖ ਲਿਆ ਐਂਡ? ਅਮੇਜ਼ਿੰਗ, ਮੈਂ ਵੀ ਸਾਇਲੈਂਟ ਹੋ ਗਿਆ। ਠੀਕ ਸੀ। ਬਾਕੀ ਤੁਸੀਂ ਗ੍ਰੇਟ ਵਰਕ ਭਾਜੀ। ਥੈਂਕ ਯੂ ਭਾਜੀ। ਬੈਸਟ ਵਿਸ਼ੇਸ। ਮੈਂ 50 ਵਾਰੀ ਵੇਖੀ ਹੈ ਬਣਾਉਣ ਲੱਗੇ ਪੋਸਟ ਵੇਲੇ, ਫਿਰ ਵੀ ਇਮੋਸ਼ਨਲ ਹੋ ਗਿਆ। ਪੇਨ ਹੈ ਪੰਜਾਬ ਦੀ। ਲਵ ਯੂ ਯਾਰ। ਵੇਖੋ ਜੀ, ਚੇਂਜ ਬਹੁਤ ਜ਼ਰੂਰੀ ਹੈ ਐਂਡ ਚੇਂਜ ਬਹੁਤ ਮੁਸ਼ਕਿਲ ਹੈ, ਬਟ ਦੀ ਕਨਸੈਪਟ ਬੇਸਡ ਫਿਲਮਸ ਲਾਈਕ ਆਜਾ ਮੈਕਸੀਕੋ ਚਲੀਏ ਚੇਂਜ ਲਿਆ ਰਹੀਆਂ ਨੇ ਇੰਡਸਟਰੀ 'ਚ। ਐਂਡ ਆਈ ਥਿੰਕ ਚੇਂਜ ਉਦੋਂ ਹੀ ਆਏਗਾ ਜਦੋਂ ਸਾਡੀ ਆਡੀਅנס ਕਨਸੈਪਟ ਨੂੰ ਸਪੋਰਟ ਕਰੇਗੀ। ਇਟਸ ਅ ਵੈਰੀ ਰੀਅਲਿਸਟਿਕ ਟੌਪਿਕ ਐਂਡ ਜੋ ਵੀ ਪੂਰੀ ਟੀਮ ਨੇ ਕੰਮ ਕੀਤਾ ਹੈ, ਆਈ ਕੈਨ ਲਿਟਰਲੀ ਫੀਲ ਕਿ ਮੈਂ ਉਹ ਜੰਗਲਾਂ 'ਚ ਫੀਲ ਕੀਤਾ ਆਪਣੇ ਆਪ ਨੂੰ ਸਿਟਿੰਗ ਇਨ ਦ ਥੀਏਟਰਸ ਐਂਡ ਆਮ ਸਟਿਲ ਹੈਵਿੰਗ ਗੂਜ਼ ਬੰਪਸ। ਸੋ ਮੈਂ ਸਭ ਨੂੰ ਕਹੂੰਗੀ ਵੀ ਜ਼ਰੂਰ ਜਾਓ ਥੀਏਟਰਸ 'ਚ। ਆਈ ਨੋ ਆਈ ਕੈਨ ਸਟਿਲ ਫੀਲ ਦੀ ਥਿੰਗ ਇਨਸਾਈਡ ਮੀ, ਬਟ ਇਟਸ the concept is must watch which is very important for ਆਪਣੀ ਪੰਜਾਬੀ ਆਡੀਅנס ਲਈ ਤਾਂ ਬਹੁਤ ਜ਼ਰੂਰੀ ਹੈ। ਆਲਮੋਸਟ ਹਰ ਇੱਕ ਬੱਚਾ ਘਰ ਦਾ ਬਾਹਰ ਹੈ, so it's important to watch the concept things. So all the very best ਐਮੀ and ਰਾਕੇਸ਼ ਜੀ and ਹਰ ਟੀਮ ਦੇ ਮੈਂਬਰ ਨੇ ਬਹੁਤ ਵਧੀਆ ਕੰਮ ਕੀਤਾ। ਸੋ ਕਿੰਨਾ ਰੇਟ ਕਰਨਾ ਚਾਹੋਗੇ ਆਊਟ ਆਫ 5? ਤੁਸੀਂ ਮੇਰੇ ਬੋਲਣ ਦੇ ਤਰੀਕੇ ਤੋਂ ਹੀ ਰੇਟ ਕਰ ਲਓ। ਆਈ ਥਿੰਕ ਇਟਸ ਬਿਯੋਂਡ ਰੇਟਿੰਗ। ਦ ਕਨਸੈਪਟ ਇਜ਼ ਸੋ ਰੀਅਲਿਸਟਿਕ ਕਿ ਉਹਨੂੰ ਅਸੀਂ ਰੇਟ ਨਹੀਂ ਕਰ ਸਕਦੇ। ਐਨੀ ਸੀਨ, ਐਨੀ ਡਾਇਲੋਗ ਜੋ ਤੁਹਾਨੂੰ ਬਹੁਤ ਜ਼ਿਆਦਾ ਅਟਰੈਕਟ ਕੀਤਾ ਹੋਵੇ ਜਾਂ ਦਿਲ 'ਚ ਬਸ ਗਿਆ ਹੋਵੇ? ਬਹੁਤ ਸਾਰੇ ਇਮੋਸ਼ਨਸ ਨੇ। ਸੋ ਇਟਸ ਨਾਟ ਜਸਟ ਟਰੈਵਲਿੰਗ ਇਨ ਜੰਗਲਸ, ਬਟ ਇਟਸ ਅਬਾਊਟ ਇਮੋਸ਼ਨਸ, ਇਟਸ ਅਬਾਊਟ ਕੌਨਸਟੈਂਟਲੀ ਗੋਇੰਗ ਆਫ ਲਾਈਫ, ਇਟਸ ਅਬਾਊਟ ਸੋ ਮੈਨੀ ਥਿੰਗਸ। ਤੁਸੀਂ ਥੀਏਟਰਸ 'ਚ ਜਾਓ ਇਹਨਾਂ ਨੂੰ ਵੇਖੋ। ਥੈਂਕ ਯੂ ਸੋ ਮਚ ਭਾਜੀ। ਬਹੁਤ ਵਧੀਆ ਮੂਵੀ ਆ। ਮੈਂ ਕਹਿੰਦਾ ਸਾਡੇ ਪੰਜਾਬ ਲਈ ਪਿਕਚਰ ਜਿਹੜਾ ਵੀ ਬੰਦਾ ਦੇਖੂਗਾ ਕਹੂਗਾ ਵੀ ਬਾ ਕਮਾਲ ਕੀਤੀ ਹੋਈ। ਔਰ ਸਾਡੀ ਜਿਹੜੀਆਂ ਸਰਕਾਰਾਂ ਉਹਨਾਂ ਦੇ ਮੂੰਹ ਤੇ ਚਪੇੜ ਆਏ, ਕਿਸ ਤਰ੍ਹਾਂ ਬੱਚੇ ਸਾਡੇ ਔਖੇ ਹੋ ਕੇ ਉਹਨਾਂ ਦੇ ਮਾਪਿਓ ਵਿਚਾਰੇ ਪੈਸੇ ਇਕੱਠੇ ਕਰਕੇ ਦਿੰਦੇ ਆ, ਪਰ ਫਿਰ ਵੀ ਬੱਚੇ ਨਹੀਂ ਪਹੁੰਚ ਸਕਦੇ ਉੱਥੇ। ਤੁਸੀਂ ਇਹ ਮੂਵੀ ਜਿਹੜਾ ਕਨਸੈਪਟ ਆ, ਮੈਂ ਕਹਿੰਦਾ ਸਾਰੇ ਪੰਜਾਬੀ ਦੁਨੀਆ ਤੇ ਜਿੱਥੇ ਵੀ ਉਹ ਵਸਦੇ ਨੇ ਇਹ ਮੂਵੀ ਜ਼ਰੂਰ ਦੇਖੋ। ਜਾਂ ਫਿਰ ਸ਼ਾਇਦ ਵੱਡਾ ਸਵਾਲ ਇਹ ਹੈ ਕਿ ਜਾਣਾ ਹੀ ਕਿਉਂ ਚਾਹੁੰਦੇ ਨੇ, ਮਤਲਬ ਇਹ ਲੋੜ ਹੀ ਕਿਉਂ ਪੈ ਜਾਂਦੀ ਹੈ? ਬਿਲਕੁਲ ਸਾਡੀ, ਮੈਂ ਤੁਹਾਨੂੰ ਪਹਿਲਾਂ ਕਿਹਾ ਸਾਡੀ ਸਰਕਾਰਾਂ ਦੀਆਂ ਗਲਤੀਆਂ ਨੇ। ਸਰਕਾਰ ਦੇ ਮੂੰਹ ਤੇ ਚਪੇੜ ਹੈ ਜੀ ਇੱਕ ਤਰ੍ਹਾਂ ਦੀ। ਮੈਂ ਕਹਿੰਦਾ ਸਾਰੇ ਜਿਹੜੇ ਸਰਕਾਰੀ ਹੁਕਮਰਾਨ ਨੇ ਉਹ ਮੂਵੀ ਜ਼ਰੂਰ ਦੇਖਣੀ। ਅੱਛਾ, ਤੁਹਾਨੂੰ ਬੈਸਟ ਚੀਜ਼, ਮਤਲਬ ਮੂਵੀ ਤੇ ਬੈਸਟ ਹੈ ਹੀ ਹੈ, ਕੋਈ ਬੈਸਟ ਸੀਨ ਜਾਂ ਬੈਸਟ ਡਾਇਲੋਗ ਤੁਹਾਡੇ ਲਈ ਕਿਹੜਾ ਰਿਹਾ? ਬੈਸਟ ਮੂਵੀ ਜਦੋਂ ਉਹ ਛੋਟਾ ਬੱਚਾ ਜਦੋਂ ਦੀ ਡੈਥ ਹੁੰਦੀ ਹੈ, ਉਹ ਸਭ ਨੂੰ ਬੈਸਟ ਸੀ। ਉਹ ਤਾਂ ਬੰਦਾ ਬਹੁਤ ਜ਼ਿਆਦਾ ਇਮੋਸ਼ਨਲ ਹੋ ਜਾਂਦਾ ਉਸ ਟਾਈਮ।
ਅੱਛਾ ਫਿਲਮ ਦੀ ਅਗਰ ਗੱਲ ਕਰੀਏ ਐਮੀ ਵਿਰਕ ਜਿਵੇਂ ਹਰਜੀਤਾ ਉਹਨਾਂ ਨੇ ਕੀਤੀ ਸੀਗੀ ਜਾਂ ਇਹ ਕਨਸੈਪਟ ਇਦਾਂ ਦੇ ਕਨਸੈਪਟ ਲੈਣ ਵੇਲੇ ਰਿਸਕ ਲੱਗਦਾ ਹੈ, ਸੋ ਐਮੀ ਵਿਰਕ ਬਾਰੇ ਕੀ ਕਹੋਗੇ, ਉਹਨਾਂ ਦੇ ਕਿਰਦਾਰ ਬਾਰੇ, ਉਹਨਾਂ ਦੀ ਕਰੇਜ ਬਾਰੇ ਕਿ ਉਹਨਾਂ ਨੇ ਇਹ ਫਿਲਮ ਕੀਤੀ ਹੈ? ਮੈਂ ਕਹੂੰ ਜੀ ਜਿਹੜਾ ਇਹ ਜੋ ਇਹ ਕਿਰਦਾਰ ਉਹਨਾਂ ਨੇ ਕੀਤਾ, ਉਹਨਾਂ ਦੇ ਇੱਕ ਕਹਿੰਦੇ ਵੀ ਉਹ ਫੈਦਰ ਇਨ ਦਾ ਕੈਪ ਦੇ ਵਿੱਚ ਨਾ ਉਹ ਲੱਗ ਗਿਆ। ਕੀ ਬਾਤ ਹੈ, ਸੋ ਕਿੰਨਾ ਰੇਟ ਕਰਨਾ ਚਾਹੋਗੇ? ਮੈਂ ਜੀ ਕੋਈ ਰੇਟ ਹੀ ਨਹੀਂ ਕਰ ਸਕਦੇ, 5 ਆਊਟ ਆਫ 5 ਤਾਂ ਕੁਝ ਵੀ ਨਹੀਂ ਹੈਗਾ। ਥੈਂਕ ਯੂ। ਬਿਯੋਂਡ ਇਮੈਜਿਨੇਸ਼ਨ। ਸੋ ਹੁਣ ਤੁਸੀਂ ਸੁਣਿਆ ਕਿ ਆਡੀਅנס ਨੇ ਵੀ ਕੀ ਕਿਹਾ। ਕਹਿਣ ਵਾਲੇ ਤਾਂ ਇਹ ਵੀ ਕਹਿ ਗਏ ਕਿ ਇਹ ਫਿਲਮ ਜਿਹੜੀ ਹੈ ਉਹ ਬਹੁਤ ਵੱਡਾ ਮੈਸੇਜ ਦੇ ਕੇ ਜਾਂਦੀ ਹੈ ਔਰ ਇਹ ਕਿਤੇ ਨਾ ਕਿਤੇ ਜਿਹੜੀਆਂ ਕਹਿ ਲਓ ਕਿ ਐਡਮਿਨਿਸਟ੍ਰੇਸ਼ਨਸ ਨੇ, ਜੋ ਸਾਡਾ ਪ੍ਰਸ਼ਾਸਨ ਹੈ, ਇਹ ਸਭ ਕੁਝ ਇਹਨਾਂ ਨੂੰ ਵੀ ਇਹ ਫਿਲਮ ਦੇਖਣੀ ਚਾਹੀਦੀ ਹੈ ਤੇ ਸਮਝਣਾ ਚਾਹੀਦਾ ਹੈ ਕਿ ਕਿੱਦਾਂ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਉਹ ਪੇਸ਼ ਆਉਂਦੀਆਂ ਨੇ। ਸੋ ਉਸ ਦੇ ਲਈ ਜਿਹੜੇ ਲੋਕੀ ਧੋਖਾ ਕਰਦੇ ਨੇ, ਜਿਹੜੇ ਇਦਾਂ ਦੇ ਬੜੇ ਸਕੈਮ ਚਲਾਉਂਦੇ ਨੇ, ਉਹਨਾਂ ਨੂੰ ਕਾਬੂ ਕਰਨਾ ਜਿਹੜਾ ਉਹ ਇੱਕ ਵੱਡੀ ਜ਼ਿੰਮੇਵਾਰੀ ਬਣਦੀ ਹੈ। ਉਹਨਾਂ ਦੇ ਉੱਤੇ ਕਿਸੇ ਤਰੀਕੇ ਨਾਲ ਕਾਬੂ ਕਰਨਾ ਚਾਹੀਦਾ ਉਹਨਾਂ ਨੂੰ, ਤਾਂ ਕਿ ਇਦਾਂ ਦੇ ਕ੍ਰਾਈਮਸ ਜਿਹੜੇ ਨਾ ਹੋਣ ਜੋ ਕਿ ਇਸ ਫਿਲਮ ਦੇ ਵਿੱਚ ਦਿਖਾਇਆ ਗਿਆ ਕਿ ਕਿਸ ਤਰੀਕੇ ਦੇ ਨਾਲ ਧੋਖਾਧੜੀ ਜਿਹੜੀ ਹੈ ਉਹਨਾਂ ਲੋਕਾਂ ਨਾਲ, ਉਹਨਾਂ ਗਰੀਬ ਲੋਕਾਂ ਨਾਲ ਹੋ ਜਾਂਦੀ ਹੈ ਜਿਹੜੇ ਕਿ ਇੱਕ ਚੰਗੀ ਜ਼ਿੰਦਗੀ ਦਾ ਸੁਪਨਾ ਲੈ ਕੇ ਆਪਣਾ ਸਭ ਕੁਝ ਵੇਚ-ਬੂਝ ਕੇ ਬਾਹਰ ਜਾਣ ਦੀ ਕੋਸ਼ਿਸ਼ ਕਰ ਰਹੇ ਹੁੰਦੇ ਨੇ। ਸੋ ਜਿਸ ਤਰੀਕੇ ਨਾਲ ਆਡੀਅנס ਨੇ ਦੱਸਿਆ ਜਾਂ ਜਿਸ ਤਰੀਕੇ ਨਾਲ ਮੈਂ ਤੁਹਾਨੂੰ ਫਿਲਮ ਬਾਰੇ ਦੱਸ ਚੁੱਕਿਆ, ਸੋ ਇਹ ਫਿਲਮ ਇਸ ਵੀਕਐਂਡ ਦੇ ਉੱਤੇ ਦੇਖਣੀ ਜ਼ਰੂਰ ਬਣਦੀ ਹੈ। ਤੁਸੀਂ ਜ਼ਰੂਰ ਆਪਣੇ ਨਜ਼ਦੀਕੀ ਥੀਏਟਰਸ ਦੇ ਵਿੱਚ ਜਾਓ ਔਰ ਜਾ ਕੇ ਦੇਖੋ। ਖਾਸ ਤੌਰ ਦੇ ਉੱਤੇ ਇਹ ਫਿਲਮ ਮੈਂ ਸੁਜੈਸਟ ਕਰੂੰਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਓ, ਕਿਉਂਕਿ ਉਹਨਾਂ ਦੀ ਜਦੋਂ ਉਮਰ ਆਏਗੀ, ਜਦੋਂ ਉਹਨਾਂ ਦੇ ਅੰਦਰ ਇਹ ਡਿਜ਼ਾਇਰ ਪੈਦਾ ਹੋਏਗੀ ਕਿ ਬਾਹਰ ਜਾਣਾ ਹੈ, ਤਾਂ ਉਹ ਸ਼ਾਇਦ ਇਹ ਜਿਹੜੀ ਫਿਲਮ ਹੈ ਉਹਨਾਂ ਦੇ ਲਈ ਇੱਕ ਗਾਈਡਲਾਈਨ ਬਣ ਜਾਵੇ ਕਿ ਉਹਨਾਂ ਨੂੰ ਇਹ ਸਮਝ ਆਵੇ ਇਸ ਨੂੰ ਦੇਖ ਕੇ ਕਿ ਬਾਹਰ ਜ਼ਰੂਰ ਜਾਓ ਪਰ ਸਹੀ ਤਰੀਕੇ ਦੇ ਨਾਲ, ਜੈਨੂਅਨ ਵੇ ਦੇ ਨਾਲ ਆਪਣੇ ਆਪ ਨੂੰ ਪ੍ਰਿਪੇਅਰ ਕਰਕੇ ਜਾਓ। ਸੋ ਇਸ ਫਿਲਮ ਦੀ ਕਹਾਣੀ ਨੂੰ ਦੇਖਦੇ ਹੋਏ, ਐਮੀ ਵਿਰਕ ਦੀ ਪਰਫਾਰਮੈਂਸ ਨੂੰ ਦੇਖਦੇ ਹੋਏ ਔਰ ਪੰਜਾਬੀ ਇੰਡਸਟਰੀ ਦੀ ਇਸ ਕਰੇਜ ਨੂੰ ਦੇਖਦੇ ਹੋਏ ਕਿ ਇੱਦਾਂ ਦਾ ਸੈਂਸਿਟਿਵ ਕਨਸੈਪਟ ਜਿਹੜਾ ਹੈਗਾ ਉਹ ਲੈ ਕੇ ਆਏ ਆ, ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਮੈਂ ਇਸ ਫਿਲਮ ਨੂੰ 4.5 ਆਊਟ ਆਫ 5 ਰੇਟ ਕਰਾਂਗਾ। ਪਰ ਹੁਣ ਲਾਸ਼ ਨੂੰ ਪਛਾਣੀ ਨਾ, ਨਹੀਂ ਤਾਂ ਕੰਟਰੀ ਆਊਟ ਨਹੀਂ ਜੇ ਮਿਲਣਾ। ਸੋ ਲੋ ਜੀ ਦੋਸਤੋ, ਇਹ ਸੀ ਇਸ ਵਾਰ ਦਾ ਮੂਵੀ ਰਿਵਿਊ ਸ਼ੋ ਜਿਸ ਦਾ ਨਾਮ ਹੈ ਟੌਪ ਜਾਂ ਫਲॉप। ਅਗਲੀ ਵਾਰੀ ਫੇਰ ਮੁਲਾਕਾਤ ਹੋਏਗੀ ਕਿਸੇ ਹੋਰ ਫਿਲਮ ਦੇ ਰਿਵਿਊ ਦੇ ਨਾਲ, ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਤੁਸੀਂ ਦੇਖਦੇ ਰਹੋ ਹਮਦਰਦ ਟੀਵੀ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।